ਨੈਕਸਟ ਟੌਪਿਕ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਦੈਟ ਇਜ਼ ਡਿਜ਼ਾਈਨ ਆਫ ਕੀ ਦੇ ਬਾਰੇ, ਜਿਹਦੇ ਵਿੱਚ ਅਸੀਂ ਕੀ ਦੀਆਂ ਡਾਇਮੈਂਸ਼ਨਸ ਕੈਲਕੂਲੇਟ ਕਰਾਂਗੇ। ਇਹਦੇ ਵਿੱਚ ਅਸੀਂ ਦੇਖਾਂਗੇ ਜੀ ਜਦੋਂ ਕੀ ਵਰਕਿੰਗ ਕੰਡੀਸ਼ਨ ਦੇ ਵਿੱਚ ਹੋਏਗੀ ਤਾਂ ਵਰਕਿੰਗ ਕੰਡੀਸ਼ਨ ਦੇ ਦੌਰਾਨ ਜਿਸ ਸ਼ਾਫਟ ਦੇ ਨਾਲ ਅਟੈਚ ਕੀਤੀ ਹੈ ਤਾਂ ਉਹ ਸ਼ਾਫਟ ਦੇ RPM ਕਿੰਨੇ ਨੇ, ਕਿੰਨੀ ਪਾਵਰ ਤੇ ਉਹ ਰੋਟੇਟ ਕਰ ਰਹੀ ਹੈ, ਔਰ ਜਾਂ ਅਸੀਂ ਗੱਲ ਕਰ ਲਈਏ ਕਿ ਜੋ ਸ਼ਾਫਟ ਰੋਟੇਟ ਕਰ ਰਹੀ ਹੈ ਕਿੰਨੇ ਟਾਰਕ ਦੇ ਉੱਤੇ, ਕਿੰਨੀ ਟਵਿਸਟਿੰਗ ਮੂਵਮੈਂਟ ਦੇ ਉੱਤੇ रोटेट कर रही है, या ਉਹਦੀ ਟਵਿਸਟਿੰਗ ਮੂਵਮੈਂਟ ਕਿੰਨੀ ਹੈ, ਟਾਰਕ ਕਿੰਨੀ ਪ੍ਰੋਡਿਊਸ ਕਰ ਰਹੀ ਹੈ, ਪਾਵਰ ਕਿੰਨੀ ਪ੍ਰੋਡਿਊਸ ਕਰ ਰਹੀ ਹੈ। ਤਾਂ ਇਸ ਕ੍ਰਾਈਟੀਰੀਆ ਦੇ ਬਿਹਾਫ ਦੇ ਉੱਤੇ ਅਸੀਂ ਇਹਨੂੰ ਡਿਜ਼ਾਈਨ ਕਰਦੇ ਹਾਂ। ਸੋ ਨੈਕਸਟ ਗੱਲ ਆਉਂਦੀ ਹੈ ਜੀ ਇਹਦੇ ਫੇਲੀਅਰ ਦੀ, ਕਿ ਜੋ ਸਾਡੀ ਕੀ ਹੈ ਕਿ ਕਿੰਨੇ ਤਰੀਕੇ ਦੇ ਨਾਲ ਫੇਲ ਹੋਣ ਦੇ ਚਾਂਸਿਸ ਨੇ। ਸੋ ਤਾਂ ਇੱਥੇ ਦੇਖਦੇ ਹਾਂ ਜੀ ਸਾਡੇ ਕੋਲ ਕੁਝ ਇਹਦੀਆਂ ਡਾਇਮੈਂਸ਼ਨਸ ਨੇ। ਇੱਥੇ T ਹੈ ਸਾਡੇ ਕੋਲ ਥਿਕਨੈਸ, W ਹੈ ਵਿਡਥ, और इस ते दो तरह ਦੀਆਂ फोर्सिस ने, F1 फोर्स उपरों नीचे ਨੂੰ, नीचे तो ਉੱਪਰ ਵੱਲ ਨੂੰ, F फोर्स फ्रॉम राइट टू लैफ्ट एंड लैफ्ट टू राइट। ਹੁਣ ਇੱਥੇ ਜਿਹੜੀ F1 फोर्स है वो अपने ਕੋਲ ਫਿਟ ਦੇ ਕਰਕੇ ਲੱਗੀ ਹੈ, ਜਿਹਦੇ ਵਿੱਚ ਸਾਡੀ ਟ੍ਰਾਂਜੀਸ਼ਨ ਫਿਟ ਹੋ ਸਕਦੀ ਹੈ ਜਾਂ ਇੰਟਰਫੇਰੈਂਸ ਫਿਟ ਹੋ ਸਕਦੀ ਹੈ, ਜਿਹਨੂੰ ਅਸੀਂ ਨੈਗਲੈਕਟ ਕਰ ਦਿੰਦੇ ਹਾਂ। ਔਰ ਜਿਹੜੀ ਦੂਸਰੀ ਫੋਰਸ ਆ ਜਾਂਦੀ ਹੈ ਜਿਹੜੀ ਕਿ ਸਾਡੇ ਕੋਲ ਟਵਿਸਟਿੰਗ ਮੂਵਮੈਂਟ ਦੇ ਕਰਕੇ ਪੈਦਾ ਹੁੰਦੀ ਹੈ, ਦੈਟ ਇਜ਼ F। ਉਸ ਨੂੰ ਅਸੀਂ ਕੰਸੀਡਰ ਕਰਕੇ ਚੱਲਦੇ ਹਾਂ ਡਿਜ਼ਾਈਨਿੰਗ ਦੇ ਟਾਈਮ ਦੇ ਉੱਤੇ। ਸੋ ਜਦੋਂ ਅਸੀਂ ਇਹਦੇ ਵਰਕਿੰਗ ਕੰਡੀਸ਼ਨ ਦੀ ਗੱਲ ਕਰਦੇ ਹਾਂ ਤਾਂ ਇਹਦੇ ਫੇਲ ਹੋਣ ਦੇ ਚਾਂਸਿਸ ਦੋ ਤਰੀਕੇ ਨਾਲ ਹੋ ਸਕਦੇ ਹੈ, ਦੈਟ ਇਜ਼ ਬਾਈ ਮੀਨਸ ਆਫ ਸ਼ੇਅਰਿੰਗ ਜਾਂ ਕ੍ਰਸ਼ਿੰਗ। ਕਿ ਵਰਕਿੰਗ ਕੰਡੀਸ਼ਨ ਦੇ ਵਿੱਚ ਜੋ ਸਾਡੀ ਕੀ ਹੈ ਦੋ ਤਰੀਕੇ ਨਾਲ ਫੇਲ ਹੋ ਸਕਦੀ ਹੈ, ਅੰਡਰ ਸ਼ੇਅਰਿੰਗ ਔਰ ਕ੍ਰਸ਼ਿੰਗ। ਨੈਕਸਟ ਅਸੀਂ ਦੇਖ ਪਾ ਰਹੇ ਹਾਂ ਜੀ ਸਾਡੇ ਕੋਲ ਕੁਝ ਨੋਮਨਕਲੇਚਰ ਨਜ਼ਰ ਆ ਰਿਹਾ ਹੈ ਔਰ ਐਬਰੀਵੇਸ਼ਨਸ ਵੀ ਨੇ। सो इस जगह पे असी T की लिया है जी, दैट इज टॉर्क ट्रांसमिटेड बाय द शाफ्ट, स्मॉल t is the thickness of the key, small d is the diameter of the shaft, small l is the length of key, capital F is the tangential force acting on the circumference of the shaft. Next है जी that is W, W is the width of the key. ਨੈਕਸਟ ਇਸੇ ਤਰ੍ਹਾਂ ਹੀ ਜੋ ਸਾਡੇ ਕੋਲ ਦੋ ਤਰ੍ਹਾਂ ਦੀਆਂ ਸਟ੍ਰੈਸਿਸ ਪੈਦਾ ਹੋਣਗੀਆਂ ਅੰਡਰ ਜਦੋਂ ਸ਼ੇਅਰਿੰਗ ਉਸ ਦੀ ਗੱਲ ਕਰਾਂਗੇ ਤਾਂ ਸਾਡੇ ਕੋਲ ਸ਼ੀਅਰ ਸਟ੍ਰੈਸ ਦੈਟ ਇਜ਼ ਟਾਓ ਮਟੀਰੀਅਲ ਦੇ ਵਿੱਚ ਪੈਦਾ ਹੋਏਗੀ ਕੀ ਦੇ, ਇਸੇ ਤਰ੍ਹਾਂ ਹੀ ਕ੍ਰਸ਼ਿੰਗ ਸਟ੍ਰੈਸ ਹੋਏਗੀ ਮਟੀਰੀਅਲ ਦੇ ਵਿੱਚ। ਸੋ ਨੈਕਸਟ ਇਹਦੇ ਅਸੀਂ ਕ੍ਰਾਈਟੀਰੀਆ ਦੇ ਬਾਰੇ ਗੱਲ ਕਰਦੇ ਹਾਂ, ਦੈਟ ਇਜ਼ ਕਿ ਸਾਡੇ ਕੋਲ ਜਦੋਂ ਟੈਂਜੈਂਸ਼ੀਅਲ ਫੋਰਸਿਸ ਦੇ ਕਰਕੇ ਟਵਿਸਟਿੰਗ ਮੂਵਮੈਂਟਸ ਇਹਦੇ ਵਿੱਚ ਪੈਦਾ ਹੋਣਗੀਆਂ ਤਾਂ ਟਵਿਸਟਿੰਗ ਮੂਵਮੈਂਟ ਦੇ ਕਰਕੇ ਜੋ ਇਸ ਦਾ ਏਰੀਆ ਇਫੈਕਟ ਹੋਣ ਦੇ ਚਾਂਸਿਸ ਨੇ ਉਹ ਕਿਹੜਾ ਕਿਹੜਾ ਹੋਏਗਾ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜੀ ਦੈਟ ਇਜ਼ ਸ਼ੇਅਰਿੰਗ ਦੇ ਬਾਰੇ, ਕਿ ਜਦੋਂ ਵੀ ਕਿਸੇ ਸ਼ਾਫਟ ਦੀ ਵਰਕਿੰਗ ਦੇ ਵਿੱਚ ਆਪਣਾ ਫੇਲੀਅਰ ਹੁੰਦਾ ਹੈ ਤਾਂ ਅੰਡਰ ਸ਼ੇਅਰਿੰਗ ਉਹ ਕਿਸ ਤਰੀਕੇ ਦੇ ਨਾਲ ਫੇਲ ਹੋਣ ਦੇ ਉਹਦੇ ਚਾਂਸਿਸ ਨੇ। ਤੁਹਾਡੇ ਕੋਲ ਸਾਹਮਣੇ ਇੱਕ ਡਾਇਗਰਾਮ ਪਿਆ ਹੈ, ਡਾਇਗਰਾਮ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਜੀ ਕਿ ਸਾਡੇ ਕੋਲ ਇੱਕ ਸ਼ਾਫਟ ਹੈ ਜਿਹਦੀ ਵਿਡਥ ਹੈ ਦੈਟ ਇਜ਼ W, ਥਿਕਨੈਸ ਹੈ T, ਲੈਂਥ ਹੈ L। ਔਰ ਇਸ ਕੇਸ ਦੇ ਵਿੱਚ ਜਦੋਂ ਸਾਨੂੰ ਪਤਾ ਹੈ ਕਿ ਵਰਕਿੰਗ ਕੰਡੀਸ਼ਨ ਦੇ ਵਿੱਚ ਜਦੋਂ ਹੋਏਗੀ ਕੀ ਤਾਂ ਉਸ ਦੇ ਵਿੱਚ ਹਾਫ ਆਫ ਦਾ ਥਿਕਨੈਸ ਜੋ ਹੋਏਗੀ ਉਹ ਸਾਡੀ ਸ਼ਾਫਟ ਵਿੱਚ ਹੋਏਗੀ ਔਰ ਹਾਫ ਆਫ ਦਾ ਥਿਕਨੈਸ ਸਾਡੀ ਹਬ ਵਿੱਚ ਹੋਏਗੀ, ਔਰ ਪੂਰੀ ਦੀ ਪੂਰੀ ਜੋ ਲੈਂਥ ਹੋਏਗੀ ਇਸ ਆਪਣੇ ਕੋਲ ਮੇਟਿੰਗ ਦੇ ਵਿੱਚ ਹੋਏਗੀ ਜਿਸ ਦੇ ਨਾਲ ਸਾਡਾ ਜੁਆਇੰਟ ਬਣਿਆ ਹੋਇਆ ਹੈ। ਸੋ ਇਸ ਦੇ ਵਿੱਚ ਹੁਣ ਅਸੀਂ ਦੇਖਾਂਗੇ ਕਿ ਜਦੋਂ ਸਾਡੀ ਸ਼ੇਅਰਿੰਗ ਹੁੰਦੀ ਹੈ ਤਾਂ ਸ਼ੇਅਰਿੰਗ ਕਿਸ ਏਰੀਆ ਤੋਂ ਹੋ ਸਕਦੀ ਹੈ, ਸ਼ੇਅਰਿੰਗ ਏਰੀਆ ਅਸੀਂ ਕੈਲਕੂਲੇਟ ਕਰਨਾ ਹੈ, ਉਹ ਦੇਖਣਾ ਹੈ। ਸੋ ਸ਼ੇਅਰਿੰਗ ਏਰੀਆ ਕੀ ਹੋਏਗਾ ਤੁਸੀਂ ਸਾਹਮਣੇ ਦੇਖ ਪਾ ਰਹੇ ਹੋ ਜੀ, ਇੱਥੇ ਮੈਂ ਥਿਕਨੈਸ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਤਾ, ਸੈਂਟਰਲੀ ਇੱਕ ਲਾਈਨ ਮਾਰ ਕੇ ਔਰ ਅਕੋਰਡਿੰਗ ਅਲੋਂਗ ਇਟਸ ਲੈਂਥ। ਸੋ ਅਲੋਂਗ ਇਟਸ ਲੈਂਥ ਐਂਡ ਵਿਡਥ ਦੇ ਵਿੱਚ ਇਸ ਪਰਟੀਕੂਲਰ ਏਰੀਆ ਤੋਂ ਇਹ ਇਸ ਦਾ ਸ਼ੇਅਰਿੰਗ ਏਰੀਆ ਕਹਿਲਾਏਗਾ। ਇਸ ਏਰੀਆ ਤੋਂ ਇਹ ਦੋ ਹਿੱਸਿਆਂ ਦੇ ਵਿੱਚ ਬਰਾਬਰ ਟੁੱਟ ਕੇ ਦੋ ਹਿੱਸਿਆਂ ਦੇ ਵਿੱਚ ਚਲੀ ਜਾਏਗੀ, ਜਿਹਦੇ ਵਿੱਚੋਂ ਇੱਕ ਹਿੱਸਾ ਉਹਦਾ ਸ਼ਾਫਟ ਦੇ ਵਿੱਚ ਰਹਿ ਜਾਏਗਾ ਔਰ ਇੱਕ ਹਿੱਸਾ ਉਹਦਾ ਹਬ ਦੇ ਵਿੱਚ ਰਹਿ ਜਾਏਗਾ। ਸੋ ਇਸ ਜਗ੍ਹਾ ਤੇ ਅਸੀਂ ਫਾਰਮੂਲਾ ਹੁਣ ਦੇਖਦੇ ਹਾਂ ਜੀ। ਪਹਿਲਾਂ ਅਸੀਂ ਦੇਖਾਂਗੇ ਕਿ ਸ਼ੇਅਰਿੰਗ ਦੇ ਅੰਦਰ ਜਦੋਂ ਫੇਲ ਹੋਏਗੀ ਤਾਂ ਅਸੀਂ ਫਾਰਮੂਲਾ ਇੱਥੇ ਲਗਾਉਣਾ ਹੈ, ਦੈਟ ਇਜ਼ T is equals to force into perpendicular distance from the center of the shaft। ਕਿ ਸਪੋਜ਼ ਜਦੋਂ ਅਸੀਂ ਇਹ ਚੀਜ਼ ਕੈਲਕੂਲੇਟ ਕਰਨੀ ਹੈ, ਇਹ ਅਸੀਂ ਕੈਲਕੂਲੇਟ ਕਿੱਥੋਂ ਕਰ ਰਹੇ ਹਾਂ ਜੀ, ਫਰੋਮ ਦਾ ਸੈਂਟਰ ਆਫ ਸ਼ਾਫਟ ਤੋਂ। ਸੋ ਗੱਲ ਕਰ ਰਹੇ ਸੀ ਅਸੀਂ ਕਿ ਸਾਡੇ ਕੋਲ ਸ਼ਾਫਟ ਦੇ ਵਿੱਚ ਟਾਰਕ ਕਿੰਨੀ ਪੈਦਾ ਹੋਏਗੀ। ਸੋ ਸਾਹਮਣੇ ਡਾਇਗਰਾਮ ਦੇ ਵਿੱਚ ਅਸੀਂ ਦੇਖ ਪਾ ਰਹੇ ਹਾਂ ਕਿ ਇਹ ਮੈਂ ਕ੍ਰਾਸ ਸੈਕਸ਼ਨ ਆਫ ਦਾ ਸ਼ਾਫਟ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਰੇਡੀਅਸ ਹੈ ਦੈਟ ਇਜ਼ R, ਔਰ R ਰੇਡੀਅਸ ਦੇ ਉੱਤੇ ਸਾਡੇ ਕੋਲ ਕੋਈ ਟੈਂਜੈਂਸ਼ੀਅਲ ਫੋਰਸ ਐਕਟ ਕਰ ਰਹੀ ਹੈ ਦੈਟ ਇਜ਼ F। ਔਰ
ਇਹ परपेंडिकुलर डिस्टेंस होंगे जी दोनों ही दोनों, मतलब फोर्स दे जो रेडियस लेना है दैट इज परपेंडिकुलर लेना है। इस जगह पे जो एंगल बनेगा दैट इज ऑफ 90 डिग्री। और सानू पता है कि जो रेडियस होंदा है वो डायमीटर बाय 2 होंदा है। सो जो टार्क पैदा होएगी उसका फॉर्मूला कुछ इस तरीके दे नाल होएगा, दैट इज T इज इक्वल्स टू F इंटू डी बाय 2, फोर्स इंटू परपेंडिकुलर डिस्टेंस जिहड़ा कि साडे कोल डायमीटर बाय 2 है। इस तरीके दे नाल ही असीं देख लिया है जी इस जगह पे जो साडे कोल एरिया जो साडे कोल शेयरिंग एरिया होएगा वो आ गया साडे कोल दैट इज W इंटू L। सो W इंटू L नू जदों असीं मल्टीप्लाई करांगे टाउ दे नाल तां वो आ जाएगी साडी फोर्स। हुण ये सानू समझ नहीं लग रहा जी ये फार्मूला कित्थों बनिया है। असीं चंगी तरह जानते हाँ जी द फार्मूला फॉर स्ट्रेस। स्ट्रेस का फार्मूला की हुंदा है जी, that is sigma is equals to force upon area। so इस जगह तो अगर मैं फोर्स की कैलकुलेशन करूंगा तो फोर्स इज इक्वल्स टू स्ट्रेस इनटू एरिया आ जाएगा। सो यही फॉर्म असी इस जगह ते यूज की है। सो इथों साडे कोल आ गया दैट इज फोर्स इज इक्वल्स टू एरिया इंटू स्ट्रेस। एरिया असी कट लिया दैट इज L इंटू W इंटू शेयर स्ट्रेस आ गई साडी दैट इज टाउ। सो उसी तरह ही फिर यही फॉर्मूला असी यूज किया T इज इक्वल्स टू F इंटू डी बाय 2। इसे दे विच जदों असीं वैल्यू पुट की तो साडे कोल जो फाइनल फार्मूला आया दैट इज T इज इक्वल्स टू F दी वैल्यू पुट की दैट इज L इंटू W इंटू टाउ दैट इज इंटू डी बाय 2। सो ये फार्मूला असीं यूज करांगे जदों भी असीं कैलकुलेट करना होवे कि साडे कोल जो शाफ्ट दी डायमेंशनस ने ऑन द बिहाफ ऑफ शीयरिंग फेलियर्स किन्नियां किन्नियां आ रही ने। सो नैक्सट असी गल करांगे जी दैट इज अबाउट क्रशिंग फेलियर। सो क्रशिंग फेलियर दे विच असी सेम फार्मूला ही यूज करांगे जिहड़ा कि असी पहला पढ़िया सी दैट इज T इज इक्वल्स टू फोर्स इंटू परपेंडिकुलर डिस्टेंस जिहड़ा कि सीगा फोर्स इंटू डी बाय 2। सो इसे तो ही असी पहला यही फार्मूला यूज करना नाल इहदे कि फोर्स इज इक्वल्स टू स्ट्रेस इंटू एरिया। पहला असी देखांगे कि साडे कोल जिहड़ा क्रशिंग एरिया होएगा क्रशिंग एरिया कितना कितना होएगा। सो इस केस दे विच तुहाडे कोल जो सामने डायग्राम नज़र आ रहा है। सो नैक्सट डायग्राम मैं बनाया कुछ इस तरीके दे नाल कि जो इसकी थिकनेस है एज इट इज T ही है, W विड्थ है, L लेंथ है। इसका जो हाफ ले लिया हुण थिकनेस का दैट इज T बाय 2। हुण इत्थे हाफ ही क्यों कंसीडर किया गया है, सानू पता है कि हाफ पोर्शन जो है वो शाफ्ट दे विच है और हाफ पोर्शन ही हब दे विच है। सो जदों असी क्रशिंग की गल करते हैं सिर्फ हाफ ऑफ द जो थिकनेस होंदी है हब दे विच ओही कंसीडर की जाती है फॉर क्रशिंग। सो इत्थे क्रशिंग एरिया देखांगे जी। क्रशिंग एरिया है साडे कोल दैट इज L इंटू T बाय 2। असी रेक्टेंगल कैलकुलेट करनी है। सो रेक्टेंगल आप इत्थे देखांगे कि साइडां तो जदों वो चीज़ क्रश होगी तो सिर्फ इन्ना इन्ना सरफेस ही साडे कोल क्रश होएगा उपर वाला जो कि साडे हब दे विच सी। सो ये आ गया जी साडे कोल दैट इज T बाय 2 चौड़ा एंड लेंथ है दी L दैट इज L इंटू T बाय 2। सो इत्थे साडे कोल एरिया निकल आया L इंटू T बाय 2 इंटू क्रशिंग स्ट्रेस। इत्थों असी फोर्स कढ ली, यही फोर्स की वैल्यू असी उपर वाले इस फार्मूले दे विच पुट करांगे। सो जो साडे कोल सामने आएगा दैट इज L इंटू T बाय 2 इंटू क्रशिंग स्ट्रेस इंटू D बाय 2। सो इत्थों असी एक T की वैल्यू होर कढ ली जिहड़ी कि सानू देगी कि साडे कोल शाफ्ट जदों वर्किंग कंडीशन दे विच है उस दे नाल असीं की यूज की गई है तो उस चीज़ दे फेलियर दे विच जदों क्रशिंग फेलियर होएगा तो उस दे फेल होने के चांसेस किस तरीके दे नाल होणगे उसदी असीं कैलकुलेशन किस तरीके दे नाल करनी है। नैक्सट इज शीयरिंग स्ट्रेंथ ऑफ द की कि जो असीं शीयरिंग स्ट्रेंथ कढी है पिछे कैलकुलेट की सी फार्मूले दे विच। सो वो सी साडे कोल T इज इक्वल्स टू L इंटू W इंटू टाउ इंटू डी बाय 2। सो इसमें जो असी कंपेयर करांगे जो ऑलरेडी असी शाफ्ट के टॉपिक दे विच पहला कवर कर चुके हाँ कि अगर साडे कोल कोई शाफ्ट सॉलिड शाफ्ट है और उसकी साडे कोल स्ट्रेंथ कितनी होएगी। स्ट्रेंथ का फॉर्मूला असी पढ़िया सी दैट इज T इज इक्वल्स टू पाई बाय 16 इंटू टाउ 1। इत्थे टाउ 1 की है दैट इज शाफ्ट का मटीरियल की दे मटीरियल दे नालों डिफरेंट हो सकता है, इस करके दोनों की स्ट्रेसिस अलग अलग लई है इंटू डी द क्यूब। सो इस जगह तो असीं जो कुछ सॉल्व आउट करांगे तो इत्थे असीं दोनों इक्वेशनस नूं इकट्ठा कर लिया दैट इज आल्सो इक्वल टू T दैट इज आल्सो इक्वल टू T। दोनों ने जदों इक्वेट किया तो इत्थों असीं L वास्ते कुछ कैलकुलेशनस कर लियां कि साडे कोल लेंथ दी वैल्यू कितनी आएगी। और नैक्सट असीं कुछ अजम्पशनस लईआं ने कि अगर दोनों दा मटीरियल सेम होया
ਤਾਂ τ1 ਵਿਲ ਬੀ ਇਕੁਅਲ ਟੂ ਟਾਓ ਔਰ ਉਸ ਟਾਈਮ ਸਾਡੇ ਕੋਲ ਜੋ ਲੈਂਥ ਆਫ ਦਾ ਕੀ ਹੋਏਗੀ ਦੈਟ ਇਜ਼ 1.571 ਇੰਟੂ ਡੀ। ਕੁਝ ਇਹਦੀ ਜਨਰਲ ਅਸੀਂ ਇਕੁਏਸ਼ਨ ਕੈਲਕੂਲੇਟ ਕਰ ਲਈ ਹੈ ਕਿ ਲੈਂਥ ਸਾਡੇ ਕੋਲ ਜਿਹਨੂੰ ਅਸੀਂ ਜਨਰਲ ਫਾਰਮ ਦੇ ਵਿੱਚ 1.5d ਲੈ ਲੈਂਦੇ ਆ ਇੰਨੀ ਹੋਏਗੀ।